वाहिगुरू जी का खालसा वाहिगुरू जी की फतेह। की हाल चाल है प्यारे हो? होप सो कि चढ़ती कला च होवोगे। गुरु साहब कृपा करन इदां ही चढ़ती कला च रहो। सो कल वाला व्लॉग पा नहीं होया क्योंकि कल आपां लाइव किया सीगा जी, और अज वाले व्लॉग दे विच आपां तुहानूं किसी इतिहासिक स्थान ते लैके जावांगे जी। तो अज आपां फ्री सीगे, अज वैडिंग नहीं हैगी, तो उत्थों के दर्शन मेले करावांगे। अज की खास दिन नाले तुहानूं वो भी दसांगे जी। सो वाहिगुरू कृपा बनाई रखे जी। मिलते हैं अगली क्लिप दे विच। वाहिगुरू जी का खालसा वाहिगुरू जी की फतेह। सत श्री अकाल जी सारिਆਂ ਨੂੰ। होप सो कि तुसीं सारे चढ़दी कला च होवोगे। जिद्दां कि तुहानूं मैं पहली क्लिप दे विच दस्सिया सीगा कि अज आपां बहुत खास स्थान ते जा रहे हैं। क्यों आए हैं, किद्दां आए हैं, ये मैं तुहानूं नाल दी नाल शेयर करूँगा जी। हुण फिलहाल आपां पहुँच चुके हैं जी ठाठ नानकसर कन्नियां, जिथे जल प्रवाह जिहड़े अपने गुरु साहब दे अपने बाबा धन धन बाबा नानक सिंह जी होना दे अस्त जिहड़े सीगे वो इत्थे जल प्रवाह कीते गए सी। इहदे नाल ही सतलुज दरिया आ जी, और ये जिहड़ा स्थान आ, ये स्थान ਜ਼ਿਲ੍ਹਾ ਲੁਧਿਆਣਾ तहसील जगराओं ਦੇ ਵਿੱਚ ਪੈਂਦਾ ਜੀ। और ਸਾਡੇ ਦਾਦਾ ਜੀ ਹੁਣੀ ਇੱਥੋਂ ਤਕਰੀਬਨ ਕੋਈ 8 ਕਿਲੋਮੀਟਰ ਦੂਰ ਪਿੰਡ ਆ ਜੀ ਮੱਦੇਪੁਰ, ਉੱਥੇ ਰਹਿੰਦੇ ਹੁੰਦੇ ਸੀਗੇ। ਇੱਥੇ ਪਹੁੰਚਦੇ ਹੁੰਦੇ ਸੀ, ਮਹਾਂਪੁਰਸ਼ਾਂ ਦੇ ਨਾਲ ਗੱਲਾਂ ਬਾਤਾਂ ਹੁੰਦੀਆਂ ਸੀ ਦਾਦਾ ਜੀ ਹੁਣਾਂ ਦੀਆਂ। ਔਰ ਜਿਹੜੇ ਇੱਥੋਂ ਦੇ ਸੇਵਾਦਾਰ ਸੀ ਉਹਨਾਂ ਨਾਲ ਬਹੁਤ ਮੋਹ ਪਿਆਰ ਸੀਗਾ, ਜਿਨ੍ਹਾਂ ਦਾ ਨਾਮ ਵੀ ਮਤਲਬ ਕਿ ਹੁਣ ਮੈਨੂੰ ਵਿਸਰ ਗਿਆ ਜੀ। ਮੈਂ ਤੁਹਾਨੂੰ ਜ਼ਰੂਰ ਦੱਸੂਗਾ ਵਲੌਗ ਦੇ ਵਿੱਚ ਕੀ ਨਾਮ ਸੀ ਉਹਨਾਂ ਦਾ। ਸੋ ਮੈਂ ਇੱਥੇ ਕਿਉਂ ਪਹੁੰਚਿਆ, ਕਿੱਦਾਂ ਪਹੁੰਚਿਆ, ਇਹ ਵੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗਾ ਜੀ। 11 ਸਾਲ ਪਹਿਲਾਂ ਆਨੰਦ ਕਾਰਜ ਹੋਏ ਸੀ ਮੇਰੇ। ਆਨੰਦ ਕਾਰਜਾਂ ਤੋਂ ਬਾਅਦ ਅਸੀਂ ਦਾਦਾ ਜੀ ਹੁਣੀ ਉਦੋਂ ਜਿਉਂਦੇ ਸੀਗੇ, ਉਹ ਸਾਨੂੰ ਇੱਥੇ ਲੈ ਕੇ ਆਏ ਸੀਗੇ ਕਿ ਭਾਈ ਜਦੋਂ ਵੀ ਮੇਰੇ ਬੱਚਿਆਂ ਦਾ, ਮੇਰੀਆਂ ਧੀਆਂ ਦਾ ਆਨੰਦ ਕਾਰਜ ਹੋਇਆ, ਇੱਥੇ ਦਰਸ਼ਨ ਮੇਲੇ ਜ਼ਰੂਰ ਕਰਵਾਏ ਆ। ਸੋ ਅਸੀਂ 11 ਸਾਲ ਪਹਿਲਾਂ ਇੱਥੇ ਆਏ ਸੀਗੇ ਜੀ। ਔਰ ਰਸਤੇ ਦੇ ਵਿੱਚ ਜਦੋਂ ਇੱਥੋਂ ਵਾਪਸੀ ਤੋਂ ਜਾਂਦੇ ਸੀਗੇ ਤੇ ਰਸਤੇ ਵਿੱਚ ਇੰਨੀ ਕੁ ਬਾਰਿਸ਼ ਆਈ ਵੀ ਇੱਕ ਉੱਥੇ ਸੂਆ ਸੀਗਾ ਜੀ, ਉਹਦੇ ਵਿੱਚ ਗੱਡੀ ਸਾਡੀ ਜਿਹੜੀ ਪਾਣੀ ਨਾਲ ਭਰ ਗਈ, ਡੁੱਬ ਗਈ ਸੀਗੀ। ਉਦੋਂ ਸਾਡੇ ਕੋਲ ਛੋਟੀ ਗੱਡੀ ਹੁੰਦੀ ਸੀਗੀ, ਕਾਰ ਹੁੰਦੀ ਸੀ ਮਰੂਤੀ। ਸੋ ਉਦੋਂ ਅਰਦਾਸ ਬੇਨਤੀਆਂ ਕੀਤੀਆਂ ਕਿ ਮਹਾਰਾਜ ਸਾਨੂੰ ਅੱਜ ਬਚਾ ਲਓ, ਸਾਡੇ ਤੇ ਕਿਰਪਾ ਕਰੋ ਵੀ ਅਸੀਂ ਨਹੀਂ ਤਾਂ ਰੁੜ ਜਾਵਾਂਗੇ। ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਕਿ ਫੁੱਲਾਂ ਵਾਂਗੂ ਸਾਨੂੰ ਉਹਨਾਂ ਨੇ ਪਾਣੀ ਚੋਂ ਬਾਹਰ ਲੈ ਆਂਦਾ। ਉਸ ਤੋਂ ਬਾਅਦ ਕੀ ਕੁਛ ਹੋਇਆ, ਉਸ ਤੋਂ ਹੁਣ ਪਹਿਲਾਂ ਤੁਹਾਨੂੰ ਦਰਸ਼ਨ ਕਰਾਉਂਦੇ ਆ ਜੀ। ਨਾਲ ਦੀ ਨਾਲ ਮੈਂ ਤੁਹਾਨੂੰ ਜ਼ਰੂਰ ਦੱਸੂਗਾ ਕਿ ਇੱਥੇ ਆਪਾਂ ਕਿਉਂ ਪਹੁੰਚੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਥਾਨ ਹੈਗਾ ਜੀ ਗੁਰਦੁਆਰਾ ਕੰਨੀਆਂ, ਜਿੱਦਾਂ ਤੁਹਾਨੂੰ ਦੱਸਿਆ ਜੀ ਇਹਦਾ ਇਤਿਹਾਸ। ਸੋ ਆਪਾਂ ਇੱਥੇ ਪਹੁੰਚੇ ਹਾਂ ਜੀ ਦਰਸ਼ਨ ਮੇਲੇ ਕਰਨ ਵਾਸਤੇ। ਸੋ ਤੁਹਾਨੂੰ ਵੀ ਨਾਲ ਦੇ ਨਾਲ ਆਪਾਂ ਅੱਜ ਦਰਸ਼ਨ ਕਰਵਾਉਂਦੇ ਹਾਂ ਜੀ ਇੱਥੋਂ ਦੇ ਗੁਰਦੁਆਰਾ ਸਾਹਿਬ ਦੇ। ਤੇ ਆਪਣੇ ਨਾਲ ਕਿਹੜੀ ਘਟਨਾ ਵਾਪਰੀ, ਕਿਉਂ 12 ਸਾਲ ਬਾਅਦ ਆਪਾਂ ਇੱਥੇ ਫਿਰ ਦੁਬਾਰਾ ਦਰਸ਼ਨ ਕਰਨ ਆਏ ਹਾਂ ਜੀ 12 ਸਾਲ ਬਾਅਦ, ਉਹ ਸਾਰਾ ਤੁਹਾਨੂੰ ਮੈਂ ਦੱਸੂਗਾ ਜੀ। ਫਿਲਹਾਲ ਆਪਾਂ ਤੁਹਾਨੂੰ ਹੁਣ ਦਰਸ਼ਨ ਕਰਾਉਂਦੇ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ। ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨੀ। ਧੰਨ ਧੰਨ ਬਾਬਾ ਨਾਨਕ ਸਿੰਘ ਜੀ, ਇਹ ਉਹਨਾਂ ਦਾ ਸਥਾਨ ਆ ਜੀ, ਜਿੱਥੇ ਉਹਨਾਂ ਦੇ ਜਿਹੜੇ ਅਸਤ ਸੀਗੇ ਉਹ ਇੱਥੇ ਜਲ ਪ੍ਰਵਾਹ ਕੀਤੇ ਗਏ ਸੀਗੇ। ਸੋ ਇਸ ਸਥਾਨ ਦੇ ਨਾਲ ਸਾਡੇ ਜਿਹੜੇ ਪਰਿਵਾਰਕ ਰਿਲੇਸ਼ਨ ਆ ਜੀ, ਉਹ ਤਕਰੀਬਨ 1947 ਤੋਂ ਬਾਅਦ ਵਾਲੇ, ਕਿਉਂਕਿ ਦਾਦਾ ਜੀ ਉੱਧਰੋਂ ਆਏ ਸੀਗੇ। ਸੋ ਅੱਜ ਮੈਂ ਆਪਣੇ ਪਰਿਵਾਰ ਦੇ ਨਾਲ ਇੱਥੇ ਹਾਜ਼ਰ ਹੋਇਆ ਜੀ ਅਰਦਾਸ ਬੇਨਤੀ ਔਰ ਮਾफ़ੀ ਵਾਸਤੇ। ਮਾफ़ੀ ਇਸ ਵਾਸਤੇ ਕਿ ਮੈਂ 12 ਸਾਲ ਭੁੱਲਿਆ ਰਿਹਾ ਕਿ ਮੈਂ ਇਹਨਾਂ ਦੇ ਮੂਹਰੇ ਕੋਈ ਰਜੋਈ ਕੀਤੀ ਸੀ ਇਸ ਸਥਾਨ ਦੀ। ਕਿਹੜੀ ਰਜੋਈ ਕੀਤੀ ਸੀ ਉਹ ਮੈਂ ਨਾਲ ਦੀ ਨਾਲ ਤੁਹਾਨੂੰ ਜਗ੍ਹਾ ਜਿੱਥੇ ਹੋਈ ਜੋ ਘਟਨਾ ਵਾਪਰੀ ਉਹ ਤੁਹਾਨੂੰ ਸਾਰੀ ਦਿਖਾਵਾਂਗੇ। ਸੋ ਇੱਦਾਂ ਬਣੇ ਰਹੀਓ ਜੀ। ਵਾਹਿਗੁਰੂ ਕਿਰਪਾ ਕਰਨ ਸਾਰਿਆਂ ਦੇ। ਸੋ ਆਪਾਂ ਇਸ ਸਥਾਨ ਤੇ ਪਹੁੰਚੇ ਹਾਂ ਜੀ ਨਾਨਕਸਰ ਠਾਠ। ਸੋ ਜਿਹੜੀ ਮੈਂ ਤੁਹਾਡੇ ਨਾਲ ਗੱਲ
ਸ਼ੇਅਰ ਕਰਨੀ ਚਾਹੁੰਦਾ ਸੀਗਾ ਜੀ, ਉਹ ਸੀਗੀ ਕਿ ਜਦੋਂ ਮੇਰੇ ਆਨੰਦ ਕਾਰਜ ਹੋਏ ਸੀਗੇ, ਜਿੱਦਾਂ ਕਿ ਤੁਹਾਨੂੰ ਦੱਸਿਆ ਕਿ ਅਸੀਂ ਇੱਥੇ ਆਏ ਸੀਗੇ ਇਸ ਸਥਾਨ 'ਤੇ। ਇੱਥੋਂ 4 ਕਿਲੋਮੀਟਰ ਦੂਰ ਜਾ ਕੇ ਇੱਕ ਸੂਆ ਆਉਂਦਾ ਜੀ, ਔਰ ਸੂਏ ਦੇ ਵਿੱਚ ਪਾਣੀ ਸੀਗਾ, ਬਾਰਿਸ਼ ਬਹੁਤ ਜ਼ਿਆਦਾ ਸੀਗੀ, ਔਰ ਮੇਰੇ ਕੋਲ ਛੋਟੀ ਗੱਡੀ ਸੀਗੀ। ਔਰ ਛੋਟੀ ਗੱਡੀ ਜਿਹੜੀ ਹੋਣ ਚੱਕਰ ਦੇ ਵਿੱਚ ਕੀ ਸੀਗਾ ਕਿ ਗੱਡੀ ਦੇ ਵਿੱਚ ਪਾਣੀ ਭਰ ਗਿਆ ਜਦੋਂ ਅਸੀਂ ਉਸ ਸੂਏ ਦੇ ਵਿੱਚੋਂ ਲੰਘਣ ਲੱਗੇ ਸੀਗੇ। ਸੋ ਉਦੋਂ 2011 ਦੀ ਗੱਲ ਆ ਜੀ, ਵੀ ਮੈਂ ਜਾਂ ਮੇਰੇ ਪਰਿਵਾਰ ਨੇ ਅਸੀਂ ਬੇਨਤੀ ਕੀਤੀ ਸੀ ਕਿ ਗੁਰੂ ਸਾਹਿਬ ਬਾਬਾ ਨੰਦ ਲਾਲ ਜੀ ਕਿਰਪਾ ਕਰੋ ਕਿ ਅਸੀਂ ਇੱਥੋਂ ਸੁਖੀ ਸਾਂਦੀ ਨਿਕਲੀਏ। ਸੋ ਇੰਨੀ ਕਿਰਪਾ ਕੀਤੀ ਉਹਨਾਂ ਨੇ ਕਿ ਅਸੀਂ ਉੱਥੋਂ ਫੁੱਲਾਂ ਵਾਂਗੂ ਉਸ ਪਾਣੀ ਦੇ ਵਿੱਚੋਂ ਨਿਕਲ ਗਏ। ਉਦੋਂ ਦੀ ਬੇਨਤੀ ਕੀਤੀ ਹੋਈ ਵਿਸਰ ਗਈ, ਯਾਦ ਨਹੀਂ ਆਇਆ ਕਿ ਅਸੀਂ ਕਿਸੇ ਮੂਹਰੇ ਅਰਜ਼ੋਈ ਕੀਤੀ ਹੈ ਕਿ ਅਸੀਂ ਫਿਰ ਆਵਾਂਗੇ, ਫਿਰ ਦਰਸ਼ਨ ਮੇਲੇ ਕਰਕੇ ਜਾਵਾਂਗੇ। 11 ਸਾਲ 12 ਸਾਲ ਅਸੀਂ ਭੁੱਲੇ ਰਹੇ ਜੀ। ਔਰ ਉਹ ਭੁੱਲ ਦੇ ਚੱਕਰ ਦੇ ਵਿੱਚ ਮੈਂ ਜਦੋਂ ਵੀ ਸਤਲੁਜ ਦਰਿਆ ਲੰਘਦਾ ਆ, ਮੇਰੇ ਨਾਲ ਕੋਈ ਨਾ ਕੋਈ ਇਦਾਂ ਦੀ ਘਟਨਾ ਹੁੰਦੀ ਹੈ ਜਿਹਦੇ ਵਿੱਚ ਮੇਰਾ ਨੁਕਸਾਨ ਹੁੰਦਾ ਆ। ਸ਼ਾਇਦ ਮੈਨੂੰ ਗੁਰੂ ਸਾਹਿਬ ਹੁਣੀ ਜਾਂ ਮਹਾਂਪੁਰਸ਼ ਸੰਤ ਮਹਾਂਪੁਰਸ਼ ਯਾਦ ਕਰਵਾਉਂਦੇ ਸੀ ਕਿ ਬੱਚਿਆ ਤੂੰ ਕੋਈ ਅਰਦਾਸ ਬੇਨਤੀ ਕੀਤੀ ਹੋਈ, ਤੂੰ ਦਰਸ਼ਨ ਦਿਦਾਰੇ ਕਰਨ ਕਿਉਂ ਨਹੀਂ ਆਉਂਦਾ। ਔਰ ਮੈਂ ਜਦੋਂ ਇੱਥੋਂ ਨਿਕਲਦਾ ਸੀਗਾ ਸਤਲੁਜ ਨਿਕਲ ਕੇ, ਕੋਈ ਵੀ ਅਸੀਂ ਵੈਡਿੰਗ ਸ਼ੂਟ ਕਰਨ ਜਾਂਦੇ ਸੀ, ਪ੍ਰੀ ਵੈਡਿੰਗ ਕਰਨ ਜਾਂਦੇ ਸੀ, ਤੇ ਕੋਈ ਨਾ ਕੋਈ ਨੁਕਸਾਨ ਹੋਣਾ। ਫਸਟ ਮੇਰਾ ਨੁਕਸਾਨ ਹੋਇਆ ਸੀਗਾ ਜਦੋਂ ਉਦੋਂ ਗੱਡੀ ਦਾ ਐਕਸੀਡੈਂਟ ਹੋ ਗਿਆ ਸੀਗਾ ਜੀ। ਉਦੋਂ ਵੀ ਤੱਤੀ ਵਾਹ ਨਹੀਂ ਲੱਗਣ ਦਿੱਤੀ, ਬਚਾ ਲਿਆ ਸੰਤਾਂ ਮਹਾਂਪੁਰਸ਼ਾਂ ਨੇ। ਫਿਰ ਉਸ ਤੋਂ ਬਾਅਦ ਜਦੋਂ ਅਗਲੀ ਵਾਰੀ ਆਇਆ, ਅਸੈਸਰੀ ਟੁੱਟ ਜਾਂਦੀ ਸੀਗੀ ਜਾਂ ਲੋਸ ਹੁੰਦਾ ਸੀਗਾ, ਕੰਮ ਨਹੀਂ ਵਧੀਆ ਹੁੰਦਾ ਸੀਗਾ, ਆਪਣੇ ਆਪ ਖੁਸ਼ ਨਹੀਂ ਸੀ ਮੈਂ ਹੁੰਦਾ। ਫਿਰ ਜਦੋਂ 12 ਸਾਲ ਬਾਅਦ ਜਾ ਕੇ ਦਿਮਾਗ ਦੇ ਵਿੱਚ, ਖੋਪੜ ਦੇ ਵਿੱਚ ਇਹ ਗੱਲ ਆਈ ਕਿ ਸੰਤਾਂ ਮਹਾਂਪੁਰਸ਼ਾਂ ਨਾਲ ਤੁਹਾਡੀ ਕੋਈ ਵਾਰਤਾਲਾਪ ਹੋਈ ਆ ਤੇ ਵੀ ਉਹਨੂੰ ਪੂਰਾ ਕਰੋ। ਅੰਦਰੂਨੀ ਰੂਹ ਬੋਲੀ। ਘਰੇ ਜਾ ਕੇ ਮੈਂ ਘਰਦਿਆਂ ਨਾਲ ਸ਼ੇਅਰ ਕੀਤੀ ਕਿ ਆਪਾਂ, ਤੁਹਾਨੂੰ ਵੀ ਯਾਦ ਹੋਊਗਾ ਕਿ ਆਪਾਂ 12 ਸਾਲ ਪਹਿਲਾਂ ਇੱਕ ਅਰਦਾਸ ਬੇਨਤੀ ਕੀਤੀ ਹੋਈ ਆ। ਸੋ ਜਦੋਂ ਘਰਦਿਆਂ ਨੂੰ ਇਸ ਗੱਲ ਦਾ ਪਤਾ ਲੱਗਾ, ਰੀਅਲਾਈਜ਼ ਹੋਇਆ ਕਿ ਵਾਕਿਆ ਹੀ ਜਿਹੜੀ ਉਹ ਘਟਨਾ ਹੋਈ ਸੀ ਉਦੋਂ ਤਾਂ ਆਪਾਂ ਨੂੰ ਫੁੱਲਾਂ ਵਾਂਗੂ ਬਚਾਇਆ ਸੀ, ਤਾਂ ਆਪਾਂ ਉਦੋਂ ਦੇ ਉੱਥੇ ਗਏ ਹੀ ਨਹੀਂ। ਅਸੀਂ ਫਿਰ ਜਦੋਂ ਮੈਂ ਇਹ ਗੱਲਾਂ ਹੋਈਆਂ, ਉਸ ਤੋਂ ਬਾਅਦ ਮੇਰੇ ਕੋਲ ਇੱਕ ਵੈਡਿੰਗ ਹੋਰ ਸੀਗੀ ਜਿਹੜੀ ਕਿ ਦਰਿਆ ਲੰਘਣਾ ਸੀ ਸਤਲੁਜ, ਫਤਿਹਗੜ੍ਹ ਪੰਜਤੂਰ ਵਾਲਾ, ਜਿਹੜਾ ਇੱਕ ਵਲੌਗ ਤੁਸੀਂ ਮੇਰਾ ਦੇਖ ਚੁੱਕੇ ਹੋ। ਔਰ ਉਦੋਂ ਮੇਰੇ ਅੰਦਰੂਨੀ ਗੱਲਬਾਤ ਹੁੰਦੀ ਸੀਗੀ ਕਿ ਸੰਤ ਮਹਾਂਪੁਰਸ਼ੋ, ਜੇ ਅੱਜ ਮੇਰਾ ਕੋਈ ਨੁਕਸਾਨ ਨਹੀਂ ਹੁੰਦਾ ਤੇ ਚੜ੍ਹਦੀ ਕਲਾ ਵਾਲਾ ਕੰਮ ਹੋਊਗਾ, ਤਾਂ ਮੈਂ ਮੰਨ ਲੈਂਦਾ ਆ ਕਿ ਵਾਕਿਆ ਹੀ ਕਿ ਮੇਰੀ ਗਲਤੀ ਆ। ਤਾਂ ਉਹ ਗਲਤੀਆਂ ਜਿਹੜੇ ਮੇਰੇ ਨੁਕਸਾਨ ਹੁੰਦੇ ਆਏ ਆ, ਉਹ ਇਸੇ ਕਰਕੇ ਹੁੰਦੇ ਆਏ ਆ ਕਿ ਮੈਂ ਉਸ ਤੋਂ ਬਾਅਦ ਤੁਹਾਡੇ ਕੋਲ ਆਇਆ ਨਹੀਂ। ਸੋ ਤੁਸੀਂ ਉਸ ਵਲੌਗ ਦੇ ਵਿੱਚ ਦੇਖਿਆ ਹੋਊਗਾ ਕਿ ਉਸ ਵਲੌਗ 'ਚ ਇੰਨੀ ਕੁ ਜ਼ਿਆਦਾ ਚੜ੍ਹਦੀ ਕਲਾ ਹੋਈ ਕਿ ਲੋਕਾਂ ਨੇ ਮੇਰੇ ਤੋਂ ਪੈਸਾ ਵਾਰਨਾ ਸ਼ੁਰੂ ਕਰਤਾ। ਇੰਨੀ ਨੇੜਤਾ ਨਾਲ ਮੇਰੀ ਜਿਹੜੀ ਉਹ ਛੋਟੀ ਜਿਹੀ ਕੀਤੀ ਹੋਈ ਅਰਦਾਸ ਮਹਾਂਪੁਰਸ਼ਾਂ ਨੇ ਸੁਣ ਲਈ। ਸੋ ਉਹ ਭੁੱਲ ਬਖਸ਼ਾਉਣ ਵਾਸਤੇ 12 ਸਾਲ ਬਾਅਦ ਮੈਂ ਇਸ ਧਰਤੀ 'ਤੇ ਆਇਆ ਜੀ। ਇਹ ਅੰਦਰ ਇਹ ਸੁਣੀ ਸੁਣਾਈਆਂ ਗੱਲਾਂ ਨਹੀਂ। ਦੇਖ ਲਓ ਜੀ, ਇੱਕ ਤਾਂ ਹੁੰਦਾ ਜੀ ਅਸੀਂ ਇਤਿਹਾਸ ਪੜ੍ਹਦੇ ਹਾਂ ਜਾਂ ਸਾਨੂੰ ਕਿਸੇ ਨੇ ਸੁਣਾਈ ਹੈ, ਮੇਰੇ ਨਾਲ ਵਿਚਰੀ ਆ, ਮੈਂ ਗਵਾਹ ਹਾਂ ਇਸ ਚੀਜ਼ ਦਾ। ਮੇਰੇ ਜਿੰਨੇ ਨੁਕਸਾਨ ਹੁੰਦੇ, ਜਦੋਂ ਵੀ ਹੁੰਦੇ, ਮੇਰੀ ਟੀਮ ਵਰਕ ਨੂੰ ਵੀ ਇਸ ਗੱਲ ਬਾਰੇ ਪਤਾ ਹੈ ਕਿ ਭਾਜੀ ਜਦੋਂ ਅਸੀਂ ਦਰਿਆ ਪਾਰ ਕਰਦੇ ਸਾਡਾ ਨੁਕਸਾਨ ਕਿਉਂ ਹੁੰਦਾ। ਕਦੀ ਗੱਡੀ ਐਕਸੀਡੈਂਟ ਹੋ ਗਿਆ, ਕਦੀ ਕੁਛ ਹੋ ਗਿਆ, ਕਦੀ ਅਸੈਸਰੀ ਟੁੱਟ ਗਈ, ਕਦੀ ਕੁਛ, ਮਤਲਬ ਕਿ ਇੱਦਾਂ ਦਾ ਕੋਈ ਨਾ ਕੋਈ ਜ਼ਰੂਰ ਹੁੰਦਾ ਸੀਗਾ ਕਿ ਮੈਨੂੰ ਯਾਦ ਆ ਜਾਵੇ, ਪਰ ਮੈਨੂੰ ਯਾਦ ਨਹੀਂ ਸੀ ਆਉਂਦਾ। ਉਹ ਕੁਛ ਇੱਦਾਂ ਦਾ ਕੰਮ ਹੋਇਆ ਜਿਹਦੇ ਨਾਲ ਮੈਨੂੰ ਯਾਦ ਆ ਗਿਆ। ਤਾਂ ਅੱਜ ਆਪਾਂ ਇਸ ਸਥਾਨ 'ਤੇ ਪਹੁੰਚੇ ਹੋਏ ਹਾਂ ਜੀ। ਗੁਰੂ ਸਾਹਿਬ ਕਿਰਪਾ ਕਰਨ, ਸਾਡੀਆਂ ਭੁੱਲਾਂ ਨੂੰ ਬਖਸ਼ਾ ਲੈਣ। ਬਸ ਮੈਂ ਤਾਂ ਇਹ ਬੇਨਤੀ ਕਰੂੰਗਾ। ਔਰ ਤੁਸੀਂ ਵੀ ਵਾਹਿਗੁਰੂ ਦੀ ਕਿਰਪਾ ਨਾਲ, ਜੇ ਕੋਈ ਤੁਹਾਡੇ ਵੀ ਹੈਗੀ ਮਨ ਦੇ ਵਿੱਚ, ਤਾਂ ਜ਼ਰੂਰ ਭਾਈ, ਕੋਈ ਫਰਕ ਨਹੀਂ ਪੈਂਦਾ, ਸਿਰਫ ਕਰਨੇ ਦਾ ਦਰਸ਼ਨ ਦਿਦਾਰੇ ਆ, ਇੰਨਿਆਂ ਨਾਲ ਹੀ ਇਹ ਖੁਸ਼ ਹੋ ਜਾਂਦੇ ਆ। ਸੋ ਅੱਜ ਆਪਾਂ ਇੱਥੇ ਦਰਸ਼ਨ ਦਿਦਾਰੇ ਕਰਨ ਆਏ ਹਾਂ, ਨਾਲ ਆਪਾਂ ਤੁਹਾਨੂੰ ਵੀ ਕਰਵਾ ਰਹੇ ਹਾਂ ਜੀ। ਮੈਂ ਉਹ ਜਗ੍ਹਾ ਵੀ ਦਿਖਾਊਂਗਾ, ਦਰਿਆ ਵੀ ਦਿਖਾਊਂਗਾ, ਔਰ ਉਹ ਜਿੱਥੇ ਸਾਡੀ ਗੱਡੀ ਡੁੱਬਣ ਲੱਗੀ ਸੀ ਪਾਣੀ ਦੇ ਵਿੱਚ, ਮੈਂ ਤੁਹਾਨੂੰ ਉਹ ਜਗ੍ਹਾ ਵੀ ਦਿਖਾ ਕੇ ਲੈ ਕੇ ਜਾਊਂਗਾ। ਉਸ ਤੋਂ ਬਾਅਦ ਉਹ ਘਰ ਵੀ ਦਿਖਾਊਂਗਾ ਜਿੱਥੇ ਜਾ ਕੇ ਗੱਡੀ ਬੰਦ ਹੋ ਗਈ, ਘਰਦਿਆਂ ਨੇ ਚਾਹ ਪਾਣੀ ਪਿਆਇਆ। ਸੋ ਮੈਂ ਆਪਣੇ ਪਰਿਵਾਰ ਦੇ ਨਾਲ ਆ ਜੀ ਅੱਜ ਇੱਥੇ। ਔਰ ਅੱਜ ਸਾਡੀ ਮੈਰਿਜ ਐਨੀਵਰਸਰੀ ਵੀ ਆ ਜੀ। ਗੁਰੂ ਸਾਹਿਬ ਦੀ ਕਿਰਪਾ ਨਾਲ 12 ਸਾਲ ਹੋ ਗਏ ਮੇਰੇ ਆਨੰਦ ਕਾਰਜ ਹੋਇਆਂ ਨੂੰ, ਤੇ ਉਹ ਭੁੱਲ ਬਖਸ਼ਾਉਣ ਵਾਸਤੇ ਮੈਂ, ਇਹ ਦਿਨ ਮੈਨੂੰ ਠੀਕ ਲੱਗਾ ਤੇ ਮੈਂ ਇੱਥੇ ਜ਼ਰੂਰ ਪਹੁੰਚਿਆ ਜੀ। ਗੁਰੂ ਸਾਹਿਬ ਕਿਰਪਾ ਬਣਾਈ ਰੱਖਣ, ਸਾਰੇ ਬਣੇ ਰਹੀਓ ਜੀ। ਅੱਗੇ ਕਿਹੜੇ ਕਲਿੱਪ ਦੇ ਵਿੱਚ ਤੁਹਾਨੂੰ ਜੋ ਦੱਸਿਆ ਮੈਂ ਜ਼ਰੂਰ ਮਿਲਾਉਂਗਾ ਜੀ। ਉਹ ਚੀਜ਼ਾਂ ਦੇ ਨਾਲ ਮਿਲਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਜੀ
ਬਾਬਾ ਨਿਰਮਲ ਸਿੰਘ ਜੀ ਹੁਣੀ, ਜਿਹੜੇ ਕਿ ਇੱਥੋਂ ਦੇ ਸੰਪਰਦਾ, ਜਿਹੜੀ ਨਾਨਕਸਰ ਸੰਪਰਦਾ ਸੀਗੀ ਠਾਠ, ਉਹਨਾਂ ਦੇ ਸੇਵਾਦਾਰ। ਔਰ ਇਹਨਾਂ ਤੋਂ ਪਹਿਲਾਂ ਹੁੰਦੇ ਸੀ ਕਾਹਨ ਸਿੰਘ ਜੀ ਹੁਣੀ, ਜਿਹੜੇ ਕਿ ਸਾਡੇ ਦਾਦਾ ਜੀ ਨਾਲ ਪਿਆਰ ਹੁੰਦਾ ਸੀ। ਔਰ ਇਹਨਾਂ ਮਹਾਂਪੁਰਸ਼ਾਂ ਦੇ ਜਿਹੜੇ ਦਰਸ਼ਨ ਉਹ ਪਿਤਾ ਜੀ ਹੁਣਾਂ ਨੇ ਕੀਤੇ ਹੋਏ ਆ ਜੀ। ਅਸੀਂ ਤਾਂ ਬਹੁਤ ਛੋਟੇ ਆਉਂਦੇ ਹੁੰਦੇ ਸੀਗੇ ਜਦੋਂ ਅਸੀਂ ਮਹਿਤਪੁਰ ਏਰੀਏ ਦੇ ਵਿੱਚ ਰਹਿੰਦੇ ਸੀ, ਕਿਉਂਕਿ ਆਪਾਂ ਹੁਣ ਤੁਹਾਨੂੰ ਪਤਾ ਸੁਲਤਾਨਪੁਰ ਏਰੀਏ 'ਚ ਰਹਿੰਦੇ ਹਾਂ। ਜਦੋਂ ਮਹਿਤਪੁਰ ਏਰੀਏ 'ਚ ਰਹਿੰਦੇ ਹੁੰਦੇ ਸੀਗੇ ਤਾਂ ਅਸੀਂ ਇੱਥੇ ਸਾਈਕਲਾਂ ਦੇ ਉੱਤੇ ਆਉਂਦੇ ਹੁੰਦੇ ਸੀਗੇ। ਸਤਲੁਜ ਦਰਿਆ ਜਿਹੜਾ ਬੇੜੀ ਨਾਲ ਪਾਰ ਕਰਨਾ ਪੈਂਦਾ ਹੁੰਦਾ ਸੀ। ਉਦੋਂ ਬੇੜੀ ਦੇ ਵਿੱਚ ਸਾਈਕਲ ਰੱਖਣੇ ਤਾਂ ਅਸੀਂ ਇੱਥੇ ਦਰਸ਼ਨ ਕਰਨ ਆਉਣਾ। ਉਦੋਂ ਛੋਟੇ ਹੁੰਦੇ ਸੀ, ਬਹੁਤ ਜ਼ਿਆਦਾ, ਕਹਿ ਲਓ ਵੀ 7ਵੀਂ 8ਵੀਂ 'ਚ ਪੜ੍ਹਦੇ ਹੁੰਦੇ ਸੀਗੇ। ਆਪਾਂ ਨੂੰ ਕੋਈ ਨਾ ਗਿਆਨ ਬਹੁਤ ਨਹੀਂ ਸੀ ਹੁੰਦਾ। ਸੋ ਹੁਣ ਇੱਥੇ ਜਿਹੜੇ ਮਹਾਂਪੁਰਸ਼ ਸੇਵਾਦਾਰ ਹੈਗੇ, ਉਹਨਾਂ ਨਾਲ ਕੋਈ ਸਾਡਾ ਜਿਹੜਾ ਵਾਰਤਾਲਾਪ ਨਹੀਂ ਹੋਈ, ਮੇਲ ਮਿਲਾਪ ਨਹੀਂ ਹੋਇਆ, ਪਰ ਆਪਾਂ ਤੁਹਾਨੂੰ ਦਰਸ਼ਨ ਕਰਵਾ ਦਿੰਦੇ ਹਾਂ ਜੀ। ਜਿਹੜੇ ਇੱਥੇ ਦੂਜੇ ਸੇਵਾਦਾਰ ਹੁੰਦੇ ਸੀ ਬਾਬਾ ਨਿਰਮਲ ਸਿੰਘ ਜੀ ਹੁਣੀ। ਸੋ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਣ ਦੀ ਸਾਡੀ ਇਹੀ ਆਸ ਮਰਿਆਦਾ ਜੀ। ਅਤੇ ਬਣੇ ਰਹੀਓ। ਮੈਂ ਤੁਹਾਨੂੰ ਉਹ ਜਿਹੜੀ ਥਾਂ ਆ ਜਿੱਥੇ ਸਾਡੇ ਨਾਲ ਉਹ ਘਟਨਾ ਹੋਣ ਜਾ ਰਹੀ ਸੀ, ਉਹਦੇ ਨਾਲ ਵੀ ਜ਼ਰੂਰ ਮਿਲਾਂਗਾ ਜੀ। ਉਹਦੇ ਵੀ ਤੁਹਾਨੂੰ ਦਿਖਾਊਂਗਾ ਜੀ ਕਿੱਥੇ ਕੀ ਹੋ ਰਿਹਾ ਸੀਗਾ। ਅਤੇ ਅੱਜ ਅਸੀਂ ਸਿਰਫ ਆਪਣੀ ਕਹਿ ਲਓ ਵੀ ਮਾफ़ੀ ਮੰਗਣ ਆਏ ਹਾਂ ਮਹਾਂਪੁਰਸ਼ਾਂ ਤੋਂ, ਸੰਤਾਂ ਮਹਾਂਪੁਰਸ਼ਾਂ ਤੋਂ, ਜਿਨ੍ਹਾਂ ਦੇ ਨਾਲ ਬਦੌਲਤ ਅੱਜ ਅਸੀਂ ਤੁਹਾਡੇ ਵਿੱਚ ਹਾਂ ਜੀ। ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਓ ਜੀ ਸੰਗਤੇ, ਅੱਜ ਆਪਾਂ ਤੁਹਾਨੂੰ ਇੱਥੇ ਉਹਦੇ ਦਰਸ਼ਨ ਕਰਵਾਏ, ਉਹ ਦੱਸਿਆ ਕਿ ਕਿੱਦਾਂ ਸਾਡੇ ਨਾਲ ਕੀ ਵਾਪਰਿਆ। ਸੋ ਹੁਣ ਆਪਾਂ ਪਹਿਲਾਂ ਬੇੜੀ 'ਤੇ ਜਾਵਾਂਗੇ, ਜਿੱਥੇ ਛੋਟੇ ਹੁੰਦੇ ਅਸੀਂ ਬੇੜੀ ਰਾਹੀਂ ਇੱਥੇ ਦਰਸ਼ਨ ਮੇਲੇ ਕਰਨ ਆਉਂਦੇ ਹੁੰਦੇ ਸੀਗੇ। ਅਤੇ ਉਸ ਤੋਂ ਬਾਅਦ ਉਹ ਜਗ੍ਹਾ ਦਿਖਾਊਂਗਾ ਜੀ ਜਿੱਥੇ ਮੇਰੇ ਨਾਲ ਉੱਧਰ ਘਟਨਾ ਹੋਈ, ਜਿੱਥੋਂ ਇਹ ਸਿਲਸਿਲਾ ਸ਼ੁਰੂ ਹੋਇਆ, ਜਿੱਥੋਂ ਅਸੀਂ ਅਰਦਾਸ ਬੇਨਤੀ ਕੀਤੀ ਔਰ ਉਹ ਭੁੱਲ ਗਏ ਅਰਦਾਸ ਬੇਨਤੀ ਕੀਤੀ ਹੋਈ। ਉਹਦੀ ਅੱਜ ਮਾफ़ੀ ਮੰਗਣ ਵਾਸਤੇ, ਇੱਥੇ ਸ਼ੁਕਰਾਨਾ ਕਰਨ ਵਾਸਤੇ ਇੱਥੇ ਆਪਾਂ ਇਸ ਜਗ੍ਹਾ 'ਤੇ ਪਹੁੰਚੇ ਸੀਗੇ ਜੀ। ਹੁਣ ਤੁਹਾਨੂੰ ਮੈਂ ਅਗਲੀ ਜਗ੍ਹਾ 'ਤੇ ਲੈ ਕੇ ਚੱਲੂੰਗਾ ਜੀ। ਬਣੇ ਰਹੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਹੈ ਜੀ? ਵੈਲਕਮ ਬੈਕ। ਸੋ ਆਪਾਂ ਪਹੁੰਚ ਚੁੱਕੇ ਹਾਂ ਜੀ ਉਸ ਦਰਿਆ 'ਤੇ, ਜਿੱਥੋਂ ਅਸੀਂ ਛੋਟੇ ਹੁੰਦੇ ਬੇੜੀ ਰਾਹੀਂ ਉਸ ਗੁਰਦੁਆਰਾ ਸਾਹਿਬ ਜਾਂਦੇ ਹੁੰਦੇ ਸੀ ਕੰਨੀਆਂ, ਮੱਸਿਆ 'ਤੇ ਜਾਂ ਪੁੰਨਿਆ 'ਤੇ, ਵਿਸਾਖੀ 'ਤੇ ਤਾਂ ਪੱਕਾ ਹੁੰਦਾ ਸੀਗਾ ਜੀ, ਸਾਰੇ ਪਰਿਵਾਰ ਨੇ ਜਾਣਾ। ਅਤੇ ਇੱਥੋਂ ਬੇੜੀ ਪੈਂਦੀ ਹੁੰਦੀ ਸੀ। ਬੇੜੀ ਦੇ ਵਿੱਚ ਹੀ ਅਸੀਂ ਆਪਣੇ ਮੋਟਰਸਾਈਕਲ ਜਾਂ ਆਪਣੇ ਜਿਹੜੇ ਸਾਈਕਲ ਹੁੰਦੇ ਸੀਗੇ ਉਹ ਲੋਡਡ ਕਰ ਲੈਂਦੇ ਹੁੰਦੇ ਸੀਗੇ। ਸੋ ਪੂਰਾ ਏਰੀਆ ਜਿਹੜਾ ਇੱਧਰ ਉਹ ਸਾਰਾ ਦਰਿਆ ਦਾ ਹੈ ਜੀ, ਪਾਣੀ ਹੈ ਇੱਥੇ। ਬੇੜੀ ਹੁਣ ਉਹ ਪਰਲੇ ਬੰਨੇ ਗਈ ਹੋਈ ਆ ਜੀ, ਕੋਈ ਉਹਨੂੰ ਚਲਾ ਨਹੀਂ ਰਿਹਾ ਮੇਬੀ ਸ਼ਾਇਦ। ਸੋ ਇੱਥੋਂ ਦਾ ਇਹ ਆ ਜੀ। ਨੈਕਸਟ ਅਸੀਂ ਜਿਹੜਾ ਆ ਉਹ ਤੁਹਾਨੂੰ ਹੁਣ ਦਿਖਾਵਾਂਗੇ ਜਿੱਥੇ ਉਹ ਸਾਡੇ ਨਾਲ ਕਾਂਡ ਹੋਣ ਜਾ ਰਿਹਾ ਸੀਗਾ, ਜਿੱਥੋਂ ਸਾਨੂੰ ਸੰਤਾਂ ਮਹਾਂਪੁਰਸ਼ਾਂ ਨੇ ਕਹਿ ਲਓ ਵੀ ਉਸ ਟਾਈਮ 'ਤੇ ਬਚਾਇਆ, ਰੱਖਿਆ ਕੀਤੀ। ਸੋ ਬਣੇ ਰਹੀਓ ਜੀ ਅਗਲੀ ਕਲਿੱਪ ਦੇ ਵਿੱਚ। ਹਾਂਜੀ ਪਿਆਰਿਓ, ਵੈਲਕਮ ਬੈਕ। ਔਰ ਆਹ ਵਾਲੀ ਜਗ੍ਹਾ ਸੀਗੀ ਜੀ ਜਿਹੜੀ ਉੱਥੇ ਜਿੱਥੇ ਸੂਆ ਸੀਗਾ। ਹੁਣ ਇੱਥੇ ਜਿੱਦਾਂ ਕਹਿ ਲਓ ਵੀ ਇੱਕ ਵਧੀਆ ਪੁਲ ਬਣ ਗਿਆ, ਔਰ ਜਿਹੜਾ ਥੱਲਿਓਂ ਪਿੱਛੋਂ ਜਿਹੜੀ ਸੜਕ ਸੀਗੀ ਉਹ ਵੀ ਚੱਕ ਦਿੱਤੀ ਗਈ ਤਾਂ ਨੂੰ। ਸੋ ਇੱਥੇ ਪ੍ਰੋਪਰਲੀ ਹੁਣ ਉਹ ਜਿਹੜੀ ਪੁਲੀ ਸੀਗੀ ਉਹ ਇੱਕ ਪੁਲ ਬਣਾਤਾ ਜੀ ਇਹਨਾਂ ਨੇ। ਮੈਂ ਤੁਹਾਨੂੰ ਪ੍ਰੋਪਰਲੀ ਦਿਖਾਉਣਾ ਜੀ, ਵੇਟ ਕਰਿਓ। ਲਓ ਜੀ ਪਿਆਰਿਓ, ਇਹ ਉਹ ਪੁਲੀ ਸੀਗੀ, ਪਰ ਉਦੋਂ ਮਤਲਬ ਕਿ ਇਹ ਹੁਣ ਪ੍ਰੋਪਰਲੀ ਪੁਲ ਬਣ ਗਿਆ। ਇਹਦਾ ਜਿਹੜਾ ਬੇਸ ਸੀਗਾ ਨਾ ਉਹ ਪ੍ਰੋਪਰਲੀ ਜਿੱਦਾਂ ਥੱਲੇ ਤੱਕ ਸੀਗਾ, ਮਤਲਬ ਕਿ ਜਿੱਦਾਂ ਪਿੱਛੋਂ ਜਿਹੜਾ ਹੁਣ ਤਾਂ ਇਹਨਾਂ ਨੇ ਰੋਡ ਚੱਕ ਦਿੱਤਾ ਨਾ, ਜਿਹੜਾ ਪੁਲ ਬਣਾਉਂਦੇ ਨੇ ਤਾਂ ਰੋਡ ਤਾਂ ਚੱਕ ਦਿੱਤੇ ਜਾਂਦੇ ਆ। ਪਰ ਉਦੋਂ ਜਦੋਂ ਅੱਜ ਤੋਂ 10-11 ਸਾਲ ਪਹਿਲਾਂ ਆਪਣੇ ਨਾਲ ਉੱਧਰ ਘਟਨਾ ਹੋਈ ਸੀਗੀ, ਉਦੋਂ ਇਹ ਨਹੀਂ ਸੀ ਹੁੰਦਾ। ਨੋਰਮਲੀ ਪੁਲੀ ਹੁੰਦੀ ਸੀ ਇੱਕ, ਉਹ ਵੀ ਇੱਕ ਪੈਨਲ ਦੀ ਠੀਕ ਹੈ ਨਾ ਜੀ। ਬਾਕੀ ਪਿੱਛੋਂ ਰੋਡ ਜਿਹੜਾ ਜਿੱਦਾਂ ਹੁਣ ਤੁਸੀਂ ਆਹ ਦੇਖ ਸਕਦੇ ਆ ਕਿ ਪਿੱਛੋਂ ਰੋਡ ਚੱਕ ਦਿੱਤਾ ਗਿਆ। ਜੇ ਆਪਾਂ ਪਿਛਲੇ ਬੇਸ ਦੇ ਨਾਲ ਹਿਸਾਬ ਨਾਲ ਚੱਲੀਏ ਤਾਂ ਬਿਲਕੁਲ ਪਾਣੀ ਦੇ ਨਾਲ ਖਹਿ ਕੇ ਜਾਂਦਾ ਹੁੰਦਾ ਸੀਗਾ। ਔਰ ਉਦੋਂ ਇੰਨੀ ਕੁ ਜ਼ਿਆਦਾ ਬਾਰਿਸ਼ ਆਈ ਸੀਗੀ ਕਿ ਇਹ ਅੱਜ ਵੀ ਜਿੱਦਾਂ ਇਹਦੇ ਵਿੱਚ ਪਾਣੀ ਪੂਰਾ ਚੱਲ ਰਿਹਾ, ਉਦੋਂ ਵੀ ਜ਼ਿਆਦਾ ਪਾਣੀ ਚੱਲ ਰਿਹਾ ਸੀਗਾ। ਆਪਣੀ ਜਿਹੜੀ ਮਰੂਤੀ ਗੱਡੀ ਸੀ ਉਹ ਪਾਣੀ ਉਹਦੇ ਅੱਧ ਵਿੱਚ ਆ ਗਿਆ ਸੀ, ਪਾਣੀ ਭਰ ਗਈ ਸੀਗੀ ਉਹਦੇ ਵਿੱਚ ਹੀ। ਅਤੇ ਉਦੋਂ ਉਸ ਟਾਈਮ 'ਤੇ ਉੱਤੇ ਕਹਿ ਲਓ ਵੀ ਇੰਨਾ ਕੁ ਜ਼ਿਆਦਾ ਸਾਰਾ ਪਰਿਵਾਰ ਸਹਿਮ ਚੁੱਕਾ ਸੀਗਾ ਕਿ ਆਪਾਂ ਬਸ ਬੇਨਤੀ ਕਰਦੇ ਸੀ ਬਾਰ-ਬਾਰ ਕਿ ਮਹਾਂਪੁਰਸ਼ੋ ਵੀ ਆਪਾਂ ਤੁਹਾਡੇ ਦਰਸ਼ਨ ਕਰਨ ਆਏ ਸੀਗੇ, ਅਤੇ ਸਾਡੇ ਕੋਲੋਂ ਜੇ ਕੋਈ ਗਲਤੀ ਹੋ ਚੁੱਕੀ ਹੈ ਤਾਂ ਮਾफ़ ਕਰੋ ਔਰ ਸਾਨੂੰ ਇੱਥੋਂ ਬਚਾਓ, ਔਰ ਤਾਂ ਜੋ ਅਸੀਂ ਫਿਰ ਤੁਹਾਡੇ ਇੱਥੇ ਦੁਬਾਰਾ ਦਰਸ਼ਨ ਕਰਨ ਆਈਏ। ਸੋ ਸਮਾਂ ਚੱਲ ਗਿਆ ਜੀ, ਕਈ ਮਜਬੂਰੀਆਂ ਹੋ ਗਈਆਂ ਘਰ ਦੇ ਵਿੱਚ, ਉਤਰਾਅ ਚੜ੍ਹਾਅ ਇੱਦਾਂ ਦੇ ਆ ਗਏ ਕਿ ਵਿਸਰ ਗਿਆ ਕਿ ਅਸੀਂ ਬੇਨਤੀ ਕੀਤੀ, ਉਹ ਪ੍ਰਵਾਨ ਵੀ ਹੋਈ, ਪਰ ਅਸੀਂ ਉਹਦਾ ਸ਼ੁਕਰਾਨਾ ਕਰਨ ਨਹੀਂ ਆਏ। ਸੋ ਅੱਜ ਸ਼ੁਕਰਾਨਾ ਔਰ ਮਾफ़ੀ ਦੋਨੋਂ ਕੀਤੀਆਂ ਜੀ।
ਅਰਦਾਸ ਬੇਨਤੀ ਵੀ ਕੀਤੀ ਕਿ ਗਾਂ ਵਾਸਤੇ ਵੀ ਆਪਣੀ ਕਿਰਪਾ ਬਣਾਏ ਰੱਖਿਓ, ਚੜ੍ਹਦੀ ਕਲਾ ਦੇ ਵਿੱਚ ਰੱਖਿਓ। ਔਰ ਇੱਥੋਂ ਜਦੋਂ ਅਸੀਂ ਨਿਕਲਦੇ ਹਾਂ, ਇਸ ਤੋਂ ਅੱਗੇ ਇੱਕ ਘਰ ਆਉਂਦਾ ਜੀ। ਫਿਰ ਅਸੀਂ ਉਸ ਘਰੇ ਰੁਕੇ। ਔਰ ਜਿਹੜਾ ਮਾਲਵਾ ਏਰੀਆ, ਉਹਦੀ ਸਭ ਤੋਂ ਵੱਡੀ ਖਾਸੀਅਤ ਇਹ ਆ ਕਿ ਜਦੋਂ ਵੀ ਕੋਈ ਪ੍ਰਾਹੁਣਾ ਕੋਈ ਕਿਤਿਓਂ ਵੀ ਆਉਂਦਾ ਤਾਂ ਉਹਦੀ ਇੱਜ਼ਤ ਬਹੁਤ ਜ਼ਿਆਦਾ ਕਰਦੇ ਨੇ। ਮਤਲਬ ਉਹਨੂੰ ਇੰਨੀ ਕੁ ਇੱਜ਼ਤ ਦਿੱਤੀ ਜਾਂਦੀ ਕਿ ਇੰਨੀ ਉਹ ਆਪਣੇ ਇੱਕ ਰਿਸ਼ਤੇਦਾਰ, ਖਾਸ ਰਿਸ਼ਤੇਦਾਰ ਦੀ ਨਹੀਂ ਕਰਦੇ ਜਿੰਨੀ ਕਿ ਕੋਈ ਲਾਂਭਲਿਓ ਪਿੰਡੋਂ ਜਾਂ ਦੂਜੇ ਏਰੀਏ ਤੋਂ ਆਉਂਦਾ ਆ। ਸੋ ਉਦੋਂ ਉਹਨਾਂ ਨੇ ਇੰਨੀ ਕੁ ਰਿਸਪੈਕਟ ਕੀਤੀ ਸੀਗੀ ਜੀ। ਚਾਹ ਪਾਣੀ ਪੁੱਛਿਆ, ਬਿਠਾਇਆ। ਸਾਡੇ ਜਿਹੜੇ ਸ਼ੂ ਸੀਗੇ ਭਿੱਜ ਕੇ ਪਾਣੀ ਨਾਲ ਭਰ ਚੁੱਕੇ ਸੀਗੇ, ਕੱਪੜੇ ਗਿੱਲੇ ਹੋ ਗਏ ਸੀਗੇ, ਉਹ ਵੀ ਉਹਨਾਂ ਨੇ ਸਾਡੇ ਨਾਲ ਹੈਲਪ ਕੀਤੀ ਕਿ ਸਾਨੂੰ ਉਹਨਾਂ ਨੇ ਠੀਕ ਕਰਕੇ ਦਿੱਤੇ। ਸੋ ਮੈਂ ਤੁਹਾਨੂੰ ਦਿਖਾਉਣਾ ਆ ਜੀ ਅੱਗੇ ਉਹ ਘਰ ਵੀ। ਸੋ ਇਹਨੂੰ ਦਿਖਾਤਾ ਜੀ ਜਿੱਥੇ ਆਪਣੇ ਨਾਲ ਉਹ ਗੱਲ ਹੋਈ ਸੀਗੀ। ਹੁਣ ਆਪਾਂ ਵਾਪਸ ਚੱਲਦੇ ਹਾਂ ਜੀ ਇੱਥੋਂ। ਫਿਰ ਉਹ ਘਰ ਦਿਖਾਉਂਦੇ ਆ ਔਰ ਘਰ ਤੋਂ ਬਾਅਦ 'ਚ ਅੱਗੇ ਹੋਪਸ ਹੋ ਕਿ ਤੁਹਾਨੂੰ ਜਿੱਥੇ ਆਪਣਾ ਪਹਿਲਾਂ ਸਾਡਾ ਦਾਦਾ ਜੀ ਹੁਣੀ ਰਹਿੰਦੇ ਹੁੰਦੇ ਸੀਗੇ ਉਹ ਵਾਲੀ ਜਗ੍ਹਾ ਵੀ ਦਿਖਾਈਏ। ਸੋ ਬਣੇ ਰਹੀਓ ਜੀ। ਇਸ ਕਿੱਥੇ ਘਰ ਸੀਗਾ ਉਹ? ਆ ਡਿਊਟੀ ਵਾਲਾ ਮੀਟਰਾਂ ਦੇ ਮੂਹਰੇ ਹੈਨਾ? ਆਹ ਵਾਲਾ ਘਰ ਸੀਗਾ ਜੀ। ਤੇ ਉੱਤੇ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਮੂਰਤੀ ਬਣਾਈ ਹੋਈ ਆ। ਔਰ ਇਹ ਡਿਊਟੀ ਆ ਜੀ। ਤੇ ਡਿਊਟੀ ਦੇ ਵਿੱਚ ਉਦੋਂ ਆ ਸੜਕ ਨੀਵੀਂ ਬਹੁਤ ਹੁੰਦੀ ਸੀ ਤੇ ਹੁਣ ਤਾਂ ਘਰ ਬਰਾਬਰ ਹੋ ਗਿਆ ਜੀ ਇਹਨਾਂ ਦਾ। ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖਣ ਇਹਨਾਂ ਨੂੰ ਗੁਰੂ ਸਾਹਿਬ। ਹਾਂ, ਸੋ ਗੁਰੂ ਸਾਹਿਬ ਦੀ ਕਿਰਪਾ ਬਣਾਈ ਰੱਖਣ ਦੀ। ਸੋ ਆਹ ਪਿੰਡ ਆ ਜੀ ਗਿੱਦੜਵਿੰਡੀ। ਇੱਥੋਂ ਲੰਘ ਕੇ ਪਿੰਡ ਅੱਗੇ ਆਉਂਦਾ ਕੰਨੀਆਂ ਗੁਰਦੁਆਰਾ ਸਾਹਿਬ। ਤੇ ਇੱਥੋਂ ਹੁਣ ਆਪਾਂ ਚੱਲਦੇ ਹਾਂ ਲੈਫਟ ਤੇ ਮਿਲਦੇ ਹਾਂ ਜੀ ਮੱਦੇਪੁਰ ਵਾਲੀ ਜਗ੍ਹਾ ਜਿੱਥੇ ਦਾਦਾ ਜੀ ਹੁਣੀ ਪਹਿਲਾਂ ਰਹਿੰਦੇ ਹੁੰਦੇ ਸੀਗੇ। ਤੇ ਜਿੱਥੋਂ ਇਹ ਸਿਲਸਿਲਾ ਸ਼ੁਰੂ ਹੋਇਆ ਨਾਨਕਸਰ ਠਾਠ ਜਾਣ ਦਾ, ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਕਿ ਦਾਦਾ ਜੀ ਹੁਣਾਂ ਦਾ ਜਿਹੜੀ ਸ਼ੁਰੂਆਤ ਹੋਈ ਸੀ ਉਹ ਕਿੱਦਾਂ ਹੋਈ ਸੀ ਇੱਥੇ ਹੋਣੀ। ਸੋ ਬਣੇ ਰਹੀਓ ਜੀ ਇਸ ਵਲੌਗ ਦੇ ਨਾਲ। ਥੈਂਕ ਯੂ ਸੋ ਮਚ। ਇੱਥੋਂ ਅੱਗੇ ਆ ਜਿਹੜਾ ਡੇਰਾ ਨਾ ਇਹਦੇ ਤਕਰੀਬਨ ਇਸ ਪਾਸੇ ਹੁੰਦਾ ਸੀ ਸਾਰਾ ਮੱਦੇਪੁਰ ਜਿੰਨਾ ਹੁੰਦਾ ਸੀ। ਹੁਣ ਤਾਂ ਸਾਰਾ ਇਹ ਦੁਕਾਨ ਹੁੰਦੀ ਸੀ ਇੱਥੇ ਸੁਲਤਾਨਪੁਰ। ਮਾਛੀ ਵੱਜਦਾ ਸੀ। ਆ ਬੰਦੇ ਦੀ ਆ ਘਰ ਵਾਲੇ ਦੀ ਘਰ ਵਾਲੇ ਦੀ ਇਹ ਬਾਣੀਆਂ ਸੀਗਾ। ਇਹਨੇ ਇੱਥੇ ਜ਼ਮੀਨ ਖਰੀਦ ਲਈ ਸੀਗੀ। ਅੱਛਾ। ਸਿੱਧੂ ਪਿੰਡ ਦਾ ਸੀਗਾ, ਕੋਈ ਲਾਲਾ ਸੀਗਾ। ਇਹਨੇ ਇੱਥੇ ਜ਼ਮੀਨ ਖਰੀਦੀ ਸੀਗੀ ਤੇ ਇਹਦਾ ਏਰੀਆ ਬਚ ਗਿਆ ਸੀਗਾ ਆਹ ਵਾਲਾ। ਇੱਥੇ ਦਰਿਆ ਨਹੀਂ ਸੀ ਉਸ ਟਾਈਮ ਤਾਂ ਨਹੀਂ ਸੀ, ਬਾਅਦ 'ਚ ਆ ਗਿਆ ਪਤਾ ਨਹੀਂ। ਜਦੋਂ ਕਦੇ ਟੁੱਟ ਕੇ ਚੱਲ ਗਿਆ ਨਾ ਉਦੋਂ ਇੱਥੇ ਦਰਿਆ ਨਹੀਂ ਸੀ। ਬੰਨ ਪਰੇ ਦੀ ਜਾਂਦਾ ਹੁੰਦਾ ਸੀਗਾ, ਕਾਫੀ ਪਰੇ ਦੀ ਬੰਨ ਨਿਕਲ ਹੁੰਦਾ ਸੀਗਾ। ਨਹੀਂ ਇਹ ਜਮੀ ਆ ਇਕੱਠੇ ਆ। ਇਹ ਰਸਤੇ ਤਾਂ ਹੋਣਗੇ ਸਾਰੇ ਹੀ। ਸ਼ਾਇਦ ਹੋ ਸਕਦਾ ਜਿੱਥੇ ਪਹਿਲਾਂ ਤੁਹਾਡਾ ਘਰ ਸੀ ਪੁਰਾਣਾ, ਹੋ ਸਕਦਾ ਘਰ ਵੀ ਹੋਵੇ। ਨਹੀਂ ਘਰ ਤੇ ਨਹੀਂ ਪੁੱਤੋ, ਦਰਿਆ ਬੰਦਾ ਹੋ ਗਿਆ। ਉਹ ਤਾਂ ਦਰਿਆ ਨੇ ਖਤਮ ਕਰਤਾ। ਨਹੀਂ ਉੱਥੇ ਵੀ ਦੁਬਾਰਾ ਬਣਾ ਲਿਆ ਹੋਵੇ ਕਿਸੇ ਨੇ। ਹਾਂ ਉਹ ਕਿਸੇ ਨੇ ਨਹੀਂ। ਉੱਥੋਂ ਪਾਸੇ ਸਾਰੇ ਜਦੋਂ ਉਹ ਦਰਿਆ ਵਰਦਾ ਹੋ ਗਿਆ, ਜ਼ਮੀਨ ਢੱਟ ਗਈ ਸਾਰੀ। ਫਿਰ ਲੋਕੀ ਹਰ ਕੋਈ ਆਪਣਾ ਜਿੱਥੇ ਕਿਸੇ ਦੀ ਠਾਰ ਸੀਗੀ ਉੱਥੇ ਸਮਾਨ ਲੈ ਕੇ ਆ ਇੱਥੇ ਹੁੰਦਾ ਸੀ। ਆ ਸਾਰਾ ਪਿੱਛੇ ਮੱਦੇਪੁਰ ਹੁੰਦਾ ਸੀ ਜਿੰਨਾ। ਅੱਛਾ। ਠੀਕ ਹੈ। ਇਸ ਤੋਂ ਬਾਅਦ ਉੱਪਰਲੇ ਵੜ ਕੇ ਫੇਰ ਆ ਜਾਂਦਾ ਹੈਗਾ। ਫਿਰ ਉਹ ਗਾਂਹ ਵਾਲਾ ਆਏ ਸਰਪੰਚ ਦਾ ਘਰ ਸੀ ਦਰਬਾਰ ਸਿੰਘ ਦਾ। ਬੇਰੀਆਂ ਸੀਗੀਆਂ ਤੇ ਇਹਨਾਂ ਦੇ ਘਰ ਬਹੁਤ ਇੱਥੇ ਖੂਹ ਸੀ, ਖੂਹ ਦੀ ਛੱਡੇ ਪਾਪਾ ਹੀ ਕਹਿੰਦੇ ਖੂਹ ਚੱਕ ਦਿੱਤੇ ਸੀਗੇ ਤੇ ਬੇਰੀਆਂ ਤੇ ਤੁਰੇ ਜਦੋਂ ਪਾਣੀ ਵੱਜਦਾ ਸੀ ਵਿੱਚ ਸਾਰਾ ਪੱਟ ਕੇ ਬਾਹਰ ਮਾਰਦਾ ਸੀ। ਥੱਲੇ ਚੱਕ ਦਿੱਤੇ ਸੀ। ਇੱਥੇ ਹੁੰਦਾ ਕਿੰਨਾ ਖੂਹ ਡੂੰਘਾ ਹੁੰਦਾ। ਆਹ ਹਰਾ ਮੱਦੇਪੁਰ ਦਾ ਏਰੀਆ ਹੈਗਾ ਜਿੰਨਾ ਮਤਲਬ ਇੱਥੇ ਪਿੰਡ ਵਸਦਾ ਸੀਗਾ ਜੀ। ਪਿੰਡ ਵਸਦਾ ਸੀਗਾ। ਘਰ ਤਾਂ ਥੋੜੇ ਜਿਹੇ ਪਰ ਵਸਦਾ ਸੀਗਾ ਪਿੰਡ। ਮੋੜੀਆਂ ਗੱਡੀ ਆਪਾਂ ਇੱਥੇ ਮੋੜੋ ਗੱਡੀ ਵਾਪਸ ਕਰੀਏ ਆਪਾਂ। ਬੇਰੀਆਂ ਕੀ ਰਹਿਣੀਆਂ ਸੀ ਜਦ ਖੂਹ ਉੱਡ ਗਿਆ ਸੀ। ਖੂਹ ਪੱਟ ਤੇ ਦਰਿਆ ਵੇ ਗਿਆ। 4 ਖੂਹ ਸੀ ਪਾਪਾ। ਆ ਜਿਹੜਾ ਵਿਊ ਹੁਣ ਤੁਸੀਂ ਦੇਖਦੇ ਪਏ ਆ ਜੀ, ਇੱਥੇ ਪਹਿਲਾਂ ਪਿੰਡ ਹੁੰਦਾ ਸੀ ਮੱਦੇਪੁਰ, ਜਿੱਥੇ ਸਾਡੇ ਦਾਦਾ ਜੀ ਪਾਕਿਸਤਾਨ ਤੋਂ ਆਣ ਕੇ ਸਟੇ ਕੀਤਾ ਸੀਗਾ। ਫਿਲਹਾਲ ਹੁਣ ਤਾਂ ਜਦੋਂ ਫਿਰ 88 ਦੇ ਹੜ੍ਹ ਆਏ ਉਦੋਂ ਪਹਿਲਾਂ ਦੇ 75 ਦਾ ਸੌਰੀ, ਉਦੋਂ ਇੱਥੋਂ ਫਿਰ ਸਾਰਾ ਜਿਹੜਾ ਇਹ ਚੱਕਿਆ ਗਿਆ ਜੀ। ਪਿੰਡ ਦਾ ਪਿੰਡ ਹੀ ਪੂਰਾ ਕਹਿੰਦੇ ਚੱਕ ਕੇ ਦੂਜੇ ਪਾਸੇ ਚਲ ਗਿਆ। ਉੱਥੇ ਆਪਾਂ ਉਹ ਜਿਹੜੇ ਉਹ ਮੱਦੇਪੁਰ ਆ ਉੱਥੇ ਆਪਾਂ ਵੈਡਿੰਗ ਸ਼ੂਟ ਕਰ ਚੁੱਕੇ ਆ ਜੀ। 2-3 ਵੈਡਿੰਗਾਂ ਉੱਥੇ ਆਪਾਂ ਸ਼ੂਟ ਕੀਤੀਆਂ ਜੀ ਉਸ ਏਰੀਏ 'ਚ। ਹੁਣ ਇੱਧਰਲੇ ਬੰਨੇ ਜਿਹਨੂੰ ਪਾਰ ਕਹਿ ਦਿੰਦੇ ਆ ਤੇ ਇੱਧਰ ਨਹੀਂ ਹੁਣ ਕੋਈ ਵੀ ਰਹਿ ਗਿਆ ਮੱਦੇਪੁਰ ਦਾ ਨਿਸ਼ਾਨ ਵੀ। ਸੋ ਇਹ ਜਗ੍ਹਾ ਜਿੰਨੀ ਇੱਥੇ ਤੁਸੀਂ ਹੁਣ ਇਸ ਟਾਈਮ ਦੇਖ ਰਹੇ ਆ,
ਆਪਣੇ ਲੈਫਟ ਹੈਂਡ, ਇਹ ਸਾਰੀ ਜਗ੍ਹਾ ਜਿਹੜੀ ਇੱਥੇ ਪਹਿਲਾਂ ਪਿੰਡ ਹੁੰਦਾ ਸੀ। ਇੱਥੇ ਤੁਹਾਡੇ ਦਾਦਾ ਜੀ ਦਾ, ਡੈਡੀ ਜੀ ਹੋਣਾ ਦੇ ਜਿਹੜੇ ਇੱਥੋਂ ਪੜ੍ਹਨ ਸਿੱਧਵਾਂ ਬੇਟ ਜਾਂਦੇ ਨੇ। ਇੱਕ ਮੈਂ ਵਲੌਗ ਦੇ ਵਿੱਚ ਤੁਹਾਨੂੰ ਦੱਸਿਆ ਸੀਗਾ ਕਿ ਸਿੱਧਵਾਂ ਬੇਟ ਨਾਲ ਕਾਫੀ ਪਿਆਰ ਆ ਡੈਡੀ ਜੀ ਹੋਣਾ ਦਾ, ਕਿਉਂਕਿ ਉੱਥੇ ਉਹ ਪੜ੍ਹਦੇ ਰਹੇ ਸੀਗੇ। ਸੋ ਹੁਣ ਆਪਾਂ ਇੱਥੋਂ ਚੱਲਦੇ ਹਾਂ ਜੀ ਅੱਗੇ, ਹੁਣ ਮਿਲਦੇ ਹਾਂ ਜੀ, ਹੋਰ ਕਲਿੱਪ ਲੈ ਕੇ ਆਉਂਦੇ ਤੁਹਾਡੇ ਵਾਸਤੇ। ਥੈਂਕ ਯੂ ਸੋ ਮੱਚ। ਇੱਥੇ ਆ ਗਏ, ਇੱਥੋਂ ਮੁੜਨਾ ਸੀ ਕਹਿੰਦਾ। ਥੱਲੇ ਨੂੰ ਹਾਂ, ਪਹਿਲਾ ਘਰ ਕਹਿੰਦਾ ਉਹਦਾ ਹੈ ਮੇਰੇ ਲక్ష్మణ ਸਿੰਘ ਦੇ ਘਰੇ ਜਾਣਾ। ਸਾਹਮਣੇ ਜੋ ਪੋਸਟਰ ਲੱਗਾ ਵਾਈਟ ਬੈਠੋ ਬੈਠੋ, ਕੋਈ ਨਹੀਂ ਤੁਸੀਂ ਬੈਠ ਯਾਰ ਤੂੰ। ਬੈਠੋ। ਪਛਾਣਿਆ? ਕੱਢੋ ਸਿਆਣ, ਸਿਆਣ ਤਾਂ ਕੱਢੋ। ਹਾਂਜੀ ਛੰਨਾ ਦੇ ਸਾਹਮਣੇ ਨੰਬਰ ਤਾਂ ਨਹੀਂ ਤੁਸੀਂ ਇਹਨੇ ਲੰਬੜ ਪੰਜਾਬੀ ਚ ਲੰਬੜ ਬਾਹਰ ਨਹੀਂ ਚਲੇ ਗਏ ਸੀ ਨਹੀਂ ਜਰਨੈਲ ਵਰਗਾ ਸੀ। ਮੈਂ ਤਾਂ ਉੱਥੋਂ ਮੋਠਾਂ ਵੱਲ ਮੈਂ ਸੁਲਤਾਨਪੁਰ ਆ। ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਜੀ? ਹੋਪ ਸੋ ਕੀ ਚੜ੍ਹਦੀ ਕਲਾ ਵਿੱਚ। ਸੋ ਅੱਜ ਵਾਲਾ ਵਲੌਗ ਇੱਥੇ ਆਪਣਾ ਸਮਾਪਤ ਆ ਜੀ। ਅੱਜ ਵਾਲੇ ਵਲੌਗ 'ਚ ਤੁਹਾਨੂੰ ਦਿਖਾਇਆ ਜੀ ਕਿ ਕਿੱਦਾਂ ਅਸੀਂ ਮਾਫੀ ਮੰਗ ਕੇ ਆਏ, ਗੁਰੂ ਘਰ ਗਏ। ਔਰ ਅੱਜ ਬਹੁਤ ਖਾਸ ਡੇ ਸੀਗਾ ਜੀ ਕਿ ਅੱਜ ਮੈਰਿਜ ਐਨੀਵਰਸਰੀ ਸੀ। ਮੈਰਿਜ ਐਨੀਵਰਸਰੀ ਦੀ ਕੋਸ਼ਿਸ਼ ਹੁੰਦੀ ਹੈ ਜੀ ਕਿ ਪਰਿਵਾਰ ਦੇ ਨਾਲ ਥੋੜਾ ਜਿਹਾ ਸਮਾਂ ਬਿਤਾਇਆ ਜਾਵੇ, ਔਰ ਉਹ ਸਮਾਂ ਜੇ ਕਿਸੇ ਗੁਰੂ ਧਾਮ ਦੇ ਉੱਤੇ ਯਾਤਰਾ 'ਚ ਹੋ ਜਾਵੇ ਉਹਦੇ ਨਾਲ ਦੀ ਰੀਸ ਨਹੀਂ। ਸੋ ਇਸ ਟਾਈਮ ਮੈਂ ਦੁਬਾਰਾ ਪਹੁੰਚਾ ਜੀ ਸੁਲਤਾਨਪੁਰ। ਛੋਟੇ ਛੋਟੇ ਕੰਮ ਸੀਗੇ ਜੀ 2-3, ਉਹ ਕੰਪਲੀਟ ਕੀਤੇ ਆ ਜੀ। ਔਰ ਵਲੌਗ ਨੂੰ ਪਿਆਰ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਪਿਛਲਾ ਵਲੌਗ ਵੀ ਤੁਸੀਂ ਦੇਖਿਆ, ਜਿੰਨੇ ਵੀ ਅੱਜ ਤੱਕ ਤੁਸੀਂ ਵਲੌਗ ਦੇਖੇ ਨੇ ਸਾਰੇ ਦੇਖਣ ਦਾ ਬਹੁਤ ਬਹੁਤ ਧੰਨਵਾਦ ਆ ਜੀ। ਇੱਦਾਂ ਹੀ ਮੇਰੇ ਨਾਲ ਬਣੇ ਰਹੀਓ ਜੀ, ਇੱਦਾਂ ਹੀ ਤੁਹਾਨੂੰ ਆਪਾਂ ਐਂਟਰਟੇਨਮੈਂਟ ਕਰਦੇ ਰਵਾਂਗੇ। ਔਰ ਨੌਲੇਜ ਵਾਲੀਆਂ ਗੱਲਾਂ ਜਿੰਨੀਆਂ ਵੀ ਸਮਾਪਤ ਹੋਈ ਸਾਡੇ 'ਚ ਉਨੀਆਂ ਹੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ। ਬਣੇ ਰਹੀਓ ਸਰਦਾਰ ਜੀ ਫੋਟੋਗ੍ਰਾਫਰ ਵਲੌਗ ਦੇ ਨਾਲ। ਥੈਂਕ ਯੂ ਸੋ ਮਚ।